सिमरनजीत कौर बुट्टर ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੇਵਾ ਨਿਭਾ ਰਹੀ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰਪੂਰ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਜਦੋਂ ਨੈਤਿਕ ਗੁਣਾਂ ਦੀ ਘਾਟ ਆ ਜੇ ਉਦੋਂ ਸਮਾਜ ਜਿਹੜਾ ਵਾ ਢਹਿੰਦੀਆਂ ਕਲਾਂ ਵੱਲ ਨੂੰ ਤੁਰ ਪੈਂਦਾ। ਜਦੋਂ ਸਾਡੇ ਸਿੱਖਿਆ ਵਿਭਾਗ ਨੇ ਇਹਨਾਂ ਗੱਲਾਂ ਨੂੰ ਨੋਟ ਕੀਤਾ ਤਾਂ ਉਹਨਾਂ ਮਹਿਸੂਸ ਕੀਤਾ ਕਿ ਅਜਿਹੇ ਨੈਤਿਕ ਗੁਣ ਸਾਨੂੰ ਜਿਹੜੀ ਪਨੀਰੀ ਆ ਸਾਡੀ ਉਸ ਦੇ ਵਿੱਚ ਡਿਵੈਲਪ ਕਰਨੇ ਚਾਹੀਦੇ ਹਨ। ਜਦੋਂ ਉਸ ਪਨੀਰੀ ਦੇ ਵਿੱਚ ਵਧੀਆ ਨੈਤਿਕ ਗੁਣ ਡਿਵੈਲਪ ਹੋ ਜਾਣਗੇ ਤਾਂ ਉਸ ਦਾ ਸਮਾਜ ਦੇ ਉੱਤੇ ਵੀ ਬਹੁਤ ਵਧੀਆ ਅਸਰ ਪਵੇਗਾ। ਇਸੇ ਗੱਲ ਨੂੰ ਲੈ ਕੇ ਜਿਹੜਾ ਇੱਕ ਵਿਸ਼ਾ ਸ਼ੁਰੂ ਕੀਤਾ ਗਿਆ, ਜਿਸ ਵਿਸ਼ੇ ਦਾ ਨਾਮ ਹੈ ਵੈਲਕਮ ਲਾਈਫ, ਸਵਾਗਤ ਜ਼ਿੰਦਗੀ। ਇਸ ਦੇ ਵਿੱਚ ਅਜਿਹੀਆਂ ਕਿਰਿਆਵਾਂ ਅਧਿਆਪਕਾਂ ਨੇ ਕਰਾਈਆਂ ਜਿਸ ਦੇ ਨਾਲ ਬੱਚਿਆਂ ਵਿੱਚ ਜਿਨ੍ਹਾਂ ਕਦਰਾਂ ਕੀਮਤਾਂ ਦੀ ਘਾਟ ਹੋ ਚੁੱਕੀ ਆ ਉਹਨਾਂ ਕਦਰਾਂ ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ। ਤੇ ਆਓ ਅੱਜ ਅਸੀਂ ਉਹਨਾਂ ਵਿੱਚੋਂ ਹੀ ਇੱਕ ਜਿਹੜਾ ਵਾ ਵਿਸ਼ਾ ਲੈਂਦੇ ਆ ਜੋ ਕਿ ਲਿੰਗਿਕ ਸਮਾਨਤਾ, ਜਾਣੀ ਕਿ ਜੈਂਡਰ ਇਕੁਐਲਿਟੀ। ਜਿਹੜਾ ਸਾਡੇ ਸਮਾਜ ਦੇ ਵਿੱਚ ਫਰਕ ਸਮਝਿਆ ਜਾਂਦਾ ਲੜਕੇ ਤੇ ਲੜਕੀ ਦੇ ਵਿੱਚ, ਉਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਦੇ ਲਈ ਇਹ ਵਿਸ਼ਾ ਲਿਆ ਗਿਆ। ਤੇ ਆਓ ਇਸ ਦੇ ਬਾਰੇ ਸਾਰੀ ਜਾਣਕਾਰੀ ਲੈਂਦੇ ਆ। ਲਿੰਗਿਕ ਸਮਾਨਤਾ। मैं तो ਵੱਡੇ ਹੋ ਕੇ ਡੀਐਸਪੀ बनना, तू की बनना है? मैं तो ਵੱਡੇ ਹੋ ਕੇ ਡਾਕਟਰ बनना है। मैं तो ਵੱਡੇ ਹੋ ਕੇ ਆਈਪੀਐਸ ਆਫੀਸਰ बनना है। ਕੁੜੀਆਂ ਨਹੀਂ ਆਈਪੀਐਸ ਆਫੀਸਰ ਬਣ ਸਕਦੀਆਂ। ਇਹ ਤੇਰਾ ਵਹਿਮ ਹੈ। ਅੱਜਕੱਲ ਹਰ ਮਹਿਕਮੇ ਵਿੱਚ ਕੁੜੀ ਨੌਕਰੀ ਕਰ ਸਕਦੀ ਹੈ। ਕੁੜੀਆਂ ਸਿਰਫ ਡਾਕਟਰ ਜਾਂ ਟੀਚਰ ਬਣ ਸਕਦੀਆਂ। ਜੇ ਕੁੜੀਆਂ ਆਈਪੀਐਸ ਆਫੀਸਰ ਬਣ ਗਿਆ ਤੇ ਕਰਦੇ ਕੰਮ ਕਿੰਨੇ ਕਰਨੇ ਨੇ? ਜਿੰਨੀ ਜ਼ਿੰਮੇਵਾਰੀ ਸਾਡੀ ਕੰਮ ਕਰਨ ਦੀ ਓਨੀ ਹੀ ਤੁਹਾਡੀ ਵੀ ਹੈ। ਤੁਸੀਂ ਚੁੱਪ ਕਰੋ। ਤੁਸੀਂ ਚੁੱਪ ਕਰੋ। ਮੈਂ ਨਹੀਂ ਤੁਸੀਂ ਚੁੱਪ ਕਰੋ। ਮੈਂ ਸਹੀ ਆ। ਇੰਨਾ ਸ਼ੋਰ ਕੀ ਹੋ ਰਿਹਾ ਹੈ? पता नहीं दोवें कदों ਦੀ ਲੜੀ ਜਾ ਰਹੇ ਕੀ ਗੱਲ ਹੈ ਮਤ? ਇਹ ਕਹਿ ਰਹੀ ਹੈ ਕਿ ਮੈਂ ਵੱਡੇ ਹੋ ਕੇ ਆਈਪੀਐਸ ਆਫੀਸਰ ਬਣਨਾ। ਜੇ ਕੁੜੀ ਆਈਪੀਐਸ ਆਫੀਸਰ ਬਣ ਗਿਆ ਤੇ ਘਰ ਦੇ ਕੰਮ ਕਿੰਨੇ ਕਰਨੇ ਨੇ? ਅਮਰਤ, ਤੁਸੀਂ ਇੱਥੇ ਗਲਤ ਹੋ। ਹੁਣ ਦੇ ਜ਼ਮਾਨੇ ਵਿੱਚ ਲੜਕੀਆਂ ਵੀ ਉਹ ਹਰ ਕੰਮ ਕਰ ਸਕਦੀਆਂ ਜੋ ਕਿ ਧਾਰਨਾ ਬਣੀ ਸੀ ਕਿ ਸਿਰਫ ਲੜਕੇ ਕਰ ਸਕਦੇ। ਹੁਣ ਦੇ ਜ਼ਮਾਨੇ ਵਿੱਚ ਲੜਕੀਆਂ ਲੜਕਿਆਂ ਨਾਲੋਂ ਵੀ ਅੱਗੇ ਜਾ ਚੁੱਕੀਆਂ ਨੇ। ਤੁਹਾਡਾ ਇਹ ਸਾਰੀ ਗੱਲ ਨੂੰ ਕਲੀਅਰ ਕਰਨ ਦੇ ਵਾਸਤੇ ਆਪਾਂ ਇੱਕ ਕਿਰਿਆ ਕਰਨੀ ਆ। ਉਹ ਕਿਰਿਆ ਦਾ ਨਾਮ ਆ ਜੈਂਡਰ ਸਿਮਿਲੈਰਿਟੀ, ਜਾਣੀ ਕਿ ਲਿੰਗਿਕ ਸਮਾਨਤਾ, ਜਿਸ ਦੇ ਵਿੱਚ ਲੜਕੀ ਜਾਂ ਲੜਕੇ ਦੇ ਵਿੱਚ ਕੋਈ ਫਰਕ ਨਹੀਂ। ਹਰ ਕੰਮ ਲੜਕੀ ਵੀ ਕਰ ਸਕਦੀ ਆ ਤੇ ਉਹ ਕੰਮ ਲੜਕਾ ਵੀ ਕਰ ਸਕਦਾ। ਆਓ ਇਹ ਸਾਰੀ ਕਿਰਿਆ ਨੂੰ ਆਪਾਂ ਤੁਹਾਨੂੰ ਕਰਕੇ ਦਿਖਾਉਨੇ ਆ, ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇ। ਆਪਾਂ ਕਰੀਏ ਕਿਰਿਆ ਲਿੰਗਿਕ ਸਮਾਨਤਾ। ਬੱਚੋ, ਲਿੰਗਿਕ ਸਮਾਨਤਾ ਕੀ ਹੁੰਦੀ? ਲਿੰਗਿਕ ਸਮਾਨਤਾ ਬਰਾਬਰਤਾ, ਜਾਣੀ ਕਿ ਜੈਂਡਰ ਸਿਮਿਲੈਰਿਟੀ। ਲਿੰਗਿਕ ਸਮਾਨਤਾ ਇਸ ਦੇ ਵਿੱਚ ਲੜਕੇ ਤੇ ਲੜਕੀ, ਔਰਤ ਤੇ ਮਰਦ ਦੇ ਹੱਕ ਬਰਾਬਰ ਹੁੰਦੇ ਨੇ। ਹਰ ਇੱਕ ਪਾਸੇ ਦੋਵਾਂ ਦੇ ਹੱਕ ਬਰਾਬਰ ਸਮਝੇ ਜਾਣ, ਉਸ ਨੂੰ ਕਹਿੰਦੇ ਆ ਲਿੰਗਿਕ ਸਮਾਨਤਾ। ਦੇਖੋ ਬੱਚਿਓ, ਇਹ ਤੁਹਾਨੂੰ ਸਮਝਾਉਣ ਦੇ ਵਾਸਤੇ ਆਪਾਂ 8 ਕਥਨ ਲਏ ਆ। ਇਹਨਾਂ ਕਥਨਾਂ ਦੇ ਵਿੱਚ ਜੋ ਸਾਡੇ ਸਮਾਜਿਕ ਸੋਚ ਆ ਉਹਦੇ ਮੁਤਾਬਕ ਹੀ ਇਹ ਕਥਨ ਆ, ਤੇ ਇਹਨਾਂ ਨੂੰ ਸਪਸ਼ਟ ਕਰਨ ਦੇ ਲਈ ਅਸੀਂ 4 ਕਾਲਮ ਬਣਾਏ ਆ। ਉਹਨਾਂ ਵਿੱਚ ਸਭ ਤੋਂ ਪਹਿਲਾਂ ਵੇਖੋ, ਪੂਰਨ ਸਹਿਮਤੀ ਨਾ ਹੋਣਾ ਪਹਿਲਾ ਨੰਬਰ ਆ। ਦੂਜਾ ਨੰਬਰ ਆ ਥੋੜੀ ਸਹਿਮਤੀ ਨਾ ਹੋਣਾ। ਤੀਜਾ ਨੰਬਰ ਆ ਕਿ ਥੋੜੀ ਥੋੜੀ ਸਹਿਮਤੀ ਹੈ, ਥੋੜੀ ਸਹਿਮਤੀ ਹੋਣਾ। ਤੇ ਚੌਥਾ ਨੰਬਰ ਆ ਪੂਰਨ ਰੂਪ ਵਿੱਚ ਸਹਿਮਤੀ ਹੋਣਾ। ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਵਾ ਉਸ ਦੇ ਉੱਪਰ ਤੁਸੀਂ ਟਿਕ ਦਾ ਨਿਸ਼ਾਨ ਲਗਾ ਦੇਣਾ। ਇਸ ਤਰ੍ਹਾਂ ਤੁਹਾਡੇ ਸਾਰੇ ਨੰਬਰਾਂ ਦੀ ਅਖੀਰ ਦੇ ਵਿੱਚ ਗਿਣਤੀ ਹੋਵੇਗੀ। ਹੁਣ ਬੱਚਿਓ, ਤੁਸੀਂ ਇਹ ਨੰਬਰ ਪਾ ਕੇ 8 ਤੇ ਇਹ ਕਾਲਮ ਜਿਹੜਾ ਸਾਰੇ ਆ ਟੇਬਲ ਸਾਰਾ ਤੁਸੀਂ ਆਪਣੀ ਕਾਪੀ ਦੇ ਉੱਤੇ ਬਣਾਓ ਤਾਂ ਕਿ ਤੁਸੀਂ ਆਪਣੇ ਟਿਕ ਕਰ ਸਕੋ ਆਪਣੀਆਂ ਕਾਪੀਆਂ ਦੇ ਉੱਤੇ। ਦੇਖੋ ਬੱਚਿਓ, ਜਿਸ ਤਰ੍ਹਾਂ ਅਸੀਂ ਪਹਿਲਾ ਕਥਨ ਆ ਕੁੜੀ ਨਾਲੋਂ ਮੁੰਡੇ ਦਾ ਜਨਮ ਹੋਣਾ ਜ਼ਿਆਦਾ ਜ਼ਰੂਰੀ ਹੈ। ਇਸ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਚਾਰੇ ਕਾਲਮ ਸਮਝਾਏ ਸੀ,
ਕਿ ਪੂਰਨ ਸਹਿਮਤੀ ਨਾ ਹੋਣਾ, ਥੋੜੀ ਸਹਿਮਤੀ ਨਾ ਹੋਣਾ, ਥੋੜੀ ਸਹਿਮਤੀ ਹੋਣਾ ਤੇ ਪੂਰਨ ਸਹਿਮਤੀ ਹੋਣਾ। 4 ਕਲਮ ਆ। ਜੇਕਰ ਮੈਂ ਆਪ ਆਪਣਾ ਇਹ ਰਿਜ਼ਲਟ ਕੱਢਣਾ ਹੋਵੇ ਤਾਂ ਮੈਂ ਕੁੜੀ ਨਾਲੋਂ ਮੁੰਡੇ ਦਾ ਜਨਮ ਹੋਣਾ ਜ਼ਿਆਦਾ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿ ਪੂਰਨ ਸਹਿਮਤੀ ਨਹੀਂ ਹੈ, ਤੇ ਮੈਂ ਟਿਕ ਲਗਾਤੀ। ਇਸ ਤਰ੍ਹਾਂ ਕਰਕੇ ਤੁਸੀਂ ਵੀ ਜੋ ਤੁਹਾਨੂੰ ਠੀਕ ਲੱਗਦਾ ਉਹਦੇ ਮੁਤਾਬਕ ਤੁਸੀਂ ਟਿਕ ਲਗਾਉਣੀ ਆ, ਫਿਰ ਤੁਹਾਡੇ ਨੰਬਰ ਕਾਊਂਟ ਕੀਤੇ ਜਾਣਗੇ। ਦੂਸਰਾ ਕਥਨ ਵੇਖੋ ਕਿ ਸਿਰਫ ਲੜਕਾ ਹੀ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰ ਸਕਦਾ ਹੈ। ਤੇ ਇਹਦੇ ਨਾਲ ਤੁਸੀਂ ਜੇਕਰ ਤੁਸੀਂ ਪੂਰਨ ਸਹਿਮਤੀ ਨਹੀਂ ਆ ਤੇ ਤੁਸੀਂ ਇੱਥੇ ਟਿਕ ਲਾ ਦੇਣੀ ਆ, ਥੋੜੀ ਸਹਿਮਤੀ ਆ ਫਿਰ ਤੁਸੀਂ ਇੱਥੇ ਟਿਕ ਲਾ ਦੇਣੀ ਆ, ਤੇ ਜੇਕਰ ਥੋੜੀ ਸਹਿਮਤੀ ਹੋਣਾ ਵਾ ਤੇ ਫਿਰ ਤੁਸੀਂ ਇੱਥੇ ਟਿਕ ਲਾਉਣੀ, ਪੂਰਨ ਰੂਪ ਵਿੱਚ ਸਹਿਮਤ ਹੋ ਤੇ ਫਿਰ ਤੁਸੀਂ ਉੱਥੇ ਨੰਬਰ ਦੇ ਉੱਤੇ ਟਿਕ ਲਾਉਣੀ ਹੈ। ਤੀਸਰਾ ਕਥਨ ਵੇਖੋ, ਲੜਕੇ ਨਾਲੋਂ ਲੜਕੀ ਦੀ ਸ਼ਕਲ ਸੂਰਤ ਜ਼ਿਆਦਾ ਅਹਿਮੀਅਤ ਰੱਖਦੀ ਹੈ। ਇਹਦੇ ਤੇ ਵੀ ਤੁਸੀਂ ਉਸੇ ਤਰ੍ਹਾਂ 4 ਕਾਲਮਾਂ ਵਿੱਚੋਂ ਜਿਹੜਾ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਦੇ ਉੱਪਰ ਟਿਕ ਲਗਾਉਣੀ ਹੈ। ਚੌਥਾ ਦੇਖੋ, ਸਿਰਫ ਔਰਤ ਦੀ ਜ਼ਿੰਮੇਵਾਰੀ ਹੈ ਬੱਚੇ ਦਾ ਧਿਆਨ ਰੱਖਣਾ। ਇਹਦੇ ਵਿੱਚ ਵੀ ਤੁਸੀਂ ਆਪਣੇ ਹਿਸਾਬ ਨਾਲ ਟਿਕ ਲਗਾਉਣੀ ਹੈ। ਪੰਜਵਾਂ ਜਿਹੜਾ ਕਥਨ ਆ ਉਹ ਕੀ ਆ, ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦੀ ਪੜ੍ਹਾਈ ਤੇ ਖਰਚ ਕੀਤੇ ਗਏ ਪੈਸੇ ਵੱਧ ਲਾਹੇਵੰਦ ਹੁੰਦੇ ਹਨ। ਇਸ ਤੇ ਵੀ ਆਪਣੇ ਸੋਚ ਦੇ ਮੁਤਾਬਕ ਤੁਸੀਂ ਟਿਕ ਲਗਾਉਣੀ ਹੈ। ਛੇਵਾਂ ਵੇਖੋ ਕਿ ਮਰਦ ਪ੍ਰਾਪਰਟੀ ਜਾਇਦਾਦ ਜਾਂ ਜ਼ਮੀਨ ਦੇ ਮਾਲਕ ਬਣਨ ਲਈ ਔਰਤਾਂ ਨਾਲੋਂ ਜ਼ਿਆਦਾ ਯੋਗ ਹਨ। ਇਹ ਵੀ ਤੁਸੀਂ ਜਿਹੜੇ ਵੀ ਕਾਲਮ 'ਚ ਤੁਸੀਂ ਠੀਕ ਸਮਝਦੇ ਜੇ ਉੱਥੇ ਟਿਕ ਲਗਾਉਣੀ ਹੈ। ਸੱਤਵਾਂ ਵੇਖੋ ਕਥਨ, ਲੜਕੇ ਲੜਕੀਆਂ ਨਾਲੋਂ ਮੈਥ ਤੇ ਸਾਇੰਸ ਵਿੱਚ ਬਿਹਤਰ ਹਨ। ਜੋ ਤੁਹਾਨੂੰ ਠੀਕ ਲੱਗਦਾ ਉਸ ਦੇ ਉੱਪਰ ਤੁਸੀਂ ਟਿਕ ਲਗਾ ਦੇਣੀ ਬੱਚਿਓ। ਅਗਲਾ ਵੇਖੋ 8ਵਾਂ ਕੀ ਆ, ਮਰਦਾਂ ਉੱਤੇ ਜ਼ਿੰਮੇਵਾਰੀ ਔਰਤਾਂ ਤੋਂ ਜ਼ਿਆਦਾ ਹੈ। ਇਸੇ ਤਰ੍ਹਾਂ ਤੁਸੀਂ ਇੱਥੇ ਵੀ ਜੋ ਤੁਹਾਡੀ ਸੋਚ ਜੋ ਤੁਹਾਨੂੰ ਲੱਗਦਾ ਉੱਥੇ ਤੁਸੀਂ ਟਿਕ ਉਸ ਕਾਲਮ ਦੇ ਅੱਗੇ ਟਿਕ ਲਗਾਉਣੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀਆਂ ਕਾਪੀਆਂ ਦੇ ਉੱਤੇ ਜੋ ਤੁਹਾਨੂੰ ਠੀਕ ਲੱਗਦਾ ਉੱਥੇ ਤੁਸੀਂ ਟਿਕ ਕਰ ਲਈ ਹੋਵੇਗੀ। ਵੇਖੋ ਬੱਚਿਓ, ਜਿਸ ਤਰ੍ਹਾਂ ਪਹਿਲੇ ਜਿਹੜਾ ਵਾ ਕਾਲਮ ਆ ਇਹਦਾ 1 ਨੰਬਰ ਆ, ਦੂਜੇ ਦੇ 2, ਤੀਜੇ ਦੇ 3 ਤੇ ਚੌਥਾ ਜਿਹੜਾ ਪੂਰਨ ਸਹਿਮਤੀ ਹੋਣਾ ਉਸ ਤੇ 4 ਨੰਬਰ ਆ। ਬੱਚਿਓ, ਤੁਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਆਪਣੇ ਨੰਬਰ ਤੁਸੀਂ ਜੋੜਨੇ ਆ ਜਿੱਥੇ ਜਿੱਥੇ ਤੁਸੀਂ ਟਿਕ ਲਾਈ ਆ, ਤੇ ਮੈਨੂੰ ਆਸ ਵਾ ਕਿ ਤੁਸੀਂ ਆਪਣੇ ਨੰਬਰ ਜੋੜ ਲਏ ਹੋਣਗੇ। ਦੇਖੋ ਬੱਚਿਓ, ਜਿਸ ਤਰ੍ਹਾਂ ਤੁਹਾਨੂੰ ਵੱਖਰੇ 4 ਕਾਲਮ ਬਣਾ ਕੇ ਦਿੱਤੇ ਸੀ ਉਹਨਾਂ ਦੇ ਮੁਤਾਬਕ ਤੁਸੀਂ ਟਿਕ ਕਰ ਲਿਆ ਹੋਵੇਗਾ। ਤੇ ਹੁਣ ਅਸੀਂ ਨੰਬਰ ਤੁਹਾਨੂੰ ਦੱਸਣ ਲੱਗੇ ਆ। ਹੁਣ ਬੱਚੇ ਵੇਖੋ, ਤੁਹਾਡੇ ਅੱਗੇ ਸਾਰੇ 4 ਹਿੱਸੇ ਲਿਖ ਦਿੱਤੇ ਆ, ਅੰਕ ਲਿਖ ਦਿੱਤੇ ਗਏ ਆ। ਜੇਕਰ ਤੁਸੀਂ 32 ਤੋਂ 22 ਵਿੱਚ ਜਿਹੜੇ ਟਿਕ ਕੀਤੀ ਆ ਤੁਹਾਡੇ ਨੰਬਰ ਇੰਨੇ ਬਣਦੇ ਆ, ਤੇ ਇਸ ਦਾ ਮਤਲਬ ਕਿ ਜੋ ਵੀ ਸੁਸਾਇਟੀ ਦੇ ਵਿੱਚ ਚੱਲ ਰਿਹਾ ਤੁਸੀਂ ਉਸ ਦੇ ਨਾਲ ਸਹਿਮਤ ਹੋ ਕਿ ਜੋ ਵੀ ਸੁਸਾਇਟੀ 'ਚ ਹੋ ਰਿਹਾ ਵਾ ਲਿੰਗਿਕ ਦੇ ਹਿਸਾਬ ਨਾਲ ਉਹ ਠੀਕ ਹੈ, ਤੇ ਇਹ ਮੇਰੇ ਹਿਸਾਬ ਨਾਲ ਇਹ ਗਲਤ ਆ। ਫਿਰ ਉਸ ਤੋਂ ਪਿੱਛੋਂ 21 ਤੋਂ 16 ਵਿੱਚ ਜੇਕਰ ਤੁਹਾਡੇ ਨੰਬਰ ਆ ਰਹੇ ਆ ਜਿਹੜੇ ਤੁਸੀਂ ਟਿਕ ਕੀਤੇ ਆ, ਤੇ ਇਸ ਦਾ ਮਤਲਬ ਕਿ ਤੁਹਾਡੀ ਥੋੜੀ ਥੋੜੀ ਜਿਹੜੀ ਸੋਚ ਵਾ ਉਹ ਠੀਕ ਹੋ ਗਈ ਆ, ਸੁਸਾਇਟੀ ਨਾਲੋਂ ਤੁਸੀਂ ਪ੍ਰੋਗਰੈਸ ਵੱਲ ਜਾ ਰਹੇ ਜੀ। ਤੇ ਜੇਕਰ ਤੁਹਾਡੇ ਨੰਬਰ ਜਿਹੜੇ ਆ 15 ਤੋਂ 9 ਵਿੱਚ ਵਾ ਤਾਂ ਤੁਸੀਂ ਆਪਣਾ ਕਾਫੀ ਸੁਧਾਰ ਕਰ ਲਿਆ, ਜੋ ਕਿ ਤੁਸੀਂ ਲਿੰਗ ਤੇ ਧਾਰ ਤੇ ਤੁਹਾਡੇ ਮਨ ਵਿੱਚ ਜਿਹੜਾ ਵਿਤਕਰਾ ਵਾ ਉਹ ਕਾਫੀ ਹੱਦ ਤੱਕ ਖਤਮ ਹੋ ਚੁੱਕਿਆ ਵਾ। ਤੇ ਜੇਕਰ ਤੁਹਾਡੇ 8 ਤੋਂ 0 ਦੇ ਦਰਮਿਆਨ ਨੰਬਰ ਆ ਰਹੇ ਆ, ਇਸ ਦਾ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਲਿੰਗਿਕ ਸਮਾਨਤਾ ਦੇ ਲਈ ਪੂਰਾ ਸਨਮਾਨ ਵਾ, ਇੱਕੋ ਜੇ ਤੁਸੀਂ ਸਮਝਦੇ ਜੇ ਲਿੰਗ ਦੇ ਆਧਾਰ ਤੇ ਤੁਸੀਂ ਕੋਈ ਵੀ ਵਿਤਕਰਾ ਨਹੀਂ ਸਮਝਦੇ। ਤੇ ਸਾਨੂੰ ਜਿਹੜੀ ਆਪਣੀ ਸੋਚ ਨੂੰ ਇਸ ਦੇ ਮੁਤਾਬਕ ਕਰਨਾ ਚਾਹੀਦਾ। ਬੱਚਿਓ, ਤੁਹਾਨੂੰ ਲਿੰਗਿਕ ਸਮਾਨਤਾ ਸਮਝਾਉਣ ਦੇ ਲਈ ਆਪਾਂ ਕਿਰਿਆ ਕੀਤੀ ਕਿ ਉਸ ਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਕਥਨ ਦੱਸੇ ਕਿ ਤੁਸੀਂ ਇਹਦੇ ਵਿਚਾਰ ਤੁਹਾਡੇ ਮੁਤਾਬਕ ਕੀ ਨੇ, ਤੁਸੀਂ ਆਪਣੇ ਉਹ ਵਿਚਾਰ ਦਿੱਤੇ ਤੇ ਅਸੀਂ ਅੰਕ ਇਕੱਠੇ ਕੀਤੇ, ਤੇ ਇਹਨਾਂ ਅੰਕਾਂ ਦੇ ਨਤੀਜੇ ਦੇ ਵਿੱਚ ਇਹ ਗੱਲ ਨਿਕਲੀ ਆ ਕਿ ਤੁਹਾਡੀ ਅਜੇ ਵੀ ਸੋਚ ਨੂੰ ਸੁਧਾਰਨ ਦੀ ਲੋੜ ਵਾ। ਤੇ ਇਸ ਗੱਲ ਨੂੰ ਹੋਰ ਵੀ ਵਧੀਆ ਤਰੀਕੇ ਨਾਲ
ਅਸੀਂ ਕਲੀਅਰ ਕਰਨਾ ਚਾਹੁੰਦੇ ਆ। ਤੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਕਿ ਮੈਂ ਲੈ ਕੇ ਆਈ ਕੱਪੜੇ ਤੇ ਉਹਦੇ ਵਿੱਚ ਗੁਲਾਬੀ ਰੰਗ ਦੀ ਜਿਹੜੀ ਆ ਟੀ-ਸ਼ਰਟ ਸੀ ਬੱਚੇ ਦੀ, ਮੈਂ ਬੇਟੇ ਨੂੰ ਲਿਆ ਕੇ ਦਿੱਤੀ ਤੇ ਉਸ ਨੇ ਉਸੇ ਵੇਲੇ ਉਹ ਟੀ-ਸ਼ਰਟ ਜਿਹੜੀ ਸੀ ਮੈਨੂੰ ਵਾਪਸ ਕਰ ਦਿੱਤੀ। ਕਹਿੰਦੇ ਕਿ ਇਹ ਜਿਹੜੀ ਟੀ-ਸ਼ਰਟ ਆ ਮੈਂ ਨਹੀਂ ਪਾਉਣੀ, ਇਹ ਲੜਕੀਆਂ ਦਾ ਰੰਗ। ਤੁਹਾਨੂੰ ਵੀ ਕਈ ਵਾਰ ਮੈਂ ਵੇਖਿਆ ਕਿ ਬੱਚਿਆਂ ਨੂੰ ਜਦੋਂ ਇਨਾਮ ਦੇ ਤੌਰ ਤੇ ਅਸੀਂ ਪੈਨ ਪੈਨਸਲਾਂ ਵੀ ਲਿਆ ਕੇ ਦਿੰਦੇ ਆ, ਪੈਨਾਂ ਦੇ ਵਿੱਚ ਵੱਖਰੇ ਵੱਖਰੇ ਰੰਗ ਹੁੰਦੇ ਆ, ਤੇ ਜਦੋਂ ਅਸੀਂ ਗੁਲਾਬੀ ਰੰਗ ਜਾਂ ਇਹੋ ਜਿਹਾ ਰੰਗ ਜਿਹੜਾ ਕਿ ਧਾਰਨਾ ਸਾਡੇ ਸਮਾਜ ਦੇ ਵਿੱਚ ਆ ਕਿ ਉਹ ਲੜਕੀਆਂ ਲਈ ਹੈ ਦਿੱਤਾ ਜਾਂਦਾ, ਤੇ ਉਸੇ ਵੇਲੇ ਹੀ ਲੜਕੇ ਕਹਿ ਦਿੰਦੇ ਕਿ ਇਹ ਨਹੀਂ ਲੈਣਾ, ਅਸੀਂ ਇਹ ਨਹੀਂ ਲੈਣਾ, ਇਹ ਲੜਕੀਆਂ ਦਾ ਰੰਗ ਹੈ। ਇਹ ਜਿਹੜੀ ਧਾਰਨਾ ਵਾ ਉਸ ਨੂੰ ਸਪਸ਼ਟ ਕਰਨ ਦੇ ਲਈ ਅੱਜ ਆਪਾਂ ਇੱਕ ਕਿਰਿਆ ਕਰਦੇ ਆ। ਤੇ ਆਹ ਵੇਖੋ, ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਮੈਂ 10 ਜਿਹੜੇ ਆ ਨੁਕਤੇ ਲਿਖੇ ਆ। ਇਹਨਾਂ 10 ਨੁਕਤਿਆਂ ਦੇ ਵਿੱਚ ਜਿਹੜਾ ਵਾ ਇਹੋ ਹੀ ਦੱਸਣਾ ਵਾ ਕਿ ਲੜਕੇ ਤੇ ਲੜਕੀ ਦੇ ਵਿੱਚ ਕੋਈ ਅੰਤਰ ਨਹੀਂ। ਤੇ ਇਹ ਤੁਸੀਂ ਆ ਵੇਖੋ, ਪਹਿਲਾਂ ਕੀ ਆ, ਨੱਚਣਾ, ਗੁਲਾਬੀ ਰੰਗ, ਨਰਸ, ਨੀਲਾ ਰੰਗ, ਇੰਜੀਨੀਅਰ, ਖਾਣਾ ਬਣਾਉਣਾ, ਡਾਕਟਰ, ਵਿਗਿਆਨੀ, ਚਮਕੀਲੀ ਤੇ ਵਕੀਲ। ਇਹ ਸ਼ਬਦ ਇਸ ਕਰਕੇ ਲਿਖੇ ਆ ਕਿ ਇਹ ਜਿਹੜੇ ਸ਼ਬਦ ਵਾ ਇਹ ਤੁਹਾਡੇ ਦਿਮਾਗ ਦੇ ਵਿੱਚ ਉਸੇ ਵੇਲੇ ਪ੍ਰਸ਼ਨ ਪੈਦਾ ਕਰਨਗੇ, ਠੀਕ ਹੈ ਨਾ। ਤੇ ਹੁਣ ਤੁਸੀਂ ਸੋਚੋ ਬੱਚਿਓ, ਤੁਸੀਂ ਦੱਸੋ ਕਿ ਜਿਹੜਾ ਵਾ ਨੱਚਣਾ ਇਹ ਸਿਰਫ ਲੜਕੀਆਂ ਲਈ ਸ਼ਬਦ ਵਰਤਿਆ ਜਾਂਦਾ ਕਿ ਲੜਕਿਆਂ ਲਈ ਵੀ ਵਰਤਿਆ ਜਾਂਦਾ? ਦੋਵਾਂ ਵਾਸਤੇ। ਹੁਣ ਜਿਹੜੀ ਮੈਂ ਗੱਲ ਕੀਤੀ ਆ ਰੰਗ ਦੀ, ਗੁਲਾਬੀ ਰੰਗ, ਜੇਕਰ ਬੇਟਾ ਤੁਹਾਨੂੰ ਗੁਲਾਬੀ ਰੰਗ ਦੀ ਕੋਈ ਚੀਜ਼ ਲਿਆ ਕੇ ਦਿੱਤੀ ਜਾਵੇ, ਅੰਮ੍ਰਿਤ ਤੁਸੀਂ ਦੱਸੋ, ਤੇ ਤੁਸੀਂ ਉਹ ਆਰਾਮ ਨਾਲ ਵਰਤ ਲਓਗੇ? ਨਹੀਂ ਜੀ। ਦੇਖਿਆ, ਉਹੀ ਫਿਰ ਤੁਹਾਡਾ ਦੇਖ ਲਓ ਉਤਰਿਆ ਕਿ ਗੁਲਾਬੀ ਰੰਗ ਮੈਂ ਨਹੀਂ ਵਰਤਣਾ। ਇਹੋ ਜੀ ਕੋਈ ਗੱਲ ਨਹੀਂ, ਹਰ ਇੱਕ ਰੰਗ ਹਰ ਇੱਕ ਲਈ ਕੋਈ ਇਹਦੇ ਵਿੱਚ ਵੱਖਰਤਾ ਨਹੀਂ ਹੁੰਦੀ ਕਿ ਇਹ ਸਿਰਫ ਲੜਕੀਆਂ ਵਾਸਤੇ ਆ ਜਾਂ ਇਹ ਸਿਰਫ ਲੜਕਿਆਂ ਵਾਸਤੇ ਆ। ਜਦੋਂ ਅਸੀਂ ਹਰ ਇੱਕ ਪਾਸੇ ਬਰਾਬਰ, ਲੜਕੀਆਂ ਵੀ ਬਰਾਬਰ ਨੌਕਰੀ ਕਰ ਰਹੀਆਂ ਹਰ ਮਹਿਕਮੇ ਵਿੱਚ ਤੇ ਲੜਕੇ ਵੀ ਉਹਨਾਂ ਮਹਿਕਮਿਆਂ ਵਿੱਚ ਨੌਕਰੀਆਂ ਕਰ ਰਹੇ ਆ, ਤੇ ਫਿਰ ਇਹ ਜਿਹੜਾ ਵੱਖਰਤਾ ਵਾ ਉਹ ਕਿਉਂ ਆ ਗਈ? ਇਸੇ ਤਰ੍ਹਾਂ ਅੱਗੇ ਵੇਖੋ, ਨਰਸ, ਨਰਸ ਦਾ ਜਿਹੜਾ ਵਾ ਅਹੁਦਾ ਵਾ ਜਾਂ ਨੌਕਰੀ ਆ, ਉਹ ਲੜਕੇ ਵੀ ਨਰਸ ਹੈਗੇ ਆ ਤੇ ਲੜਕੀਆਂ ਵੀ ਨਰਸ। ਹੁਣ ਸਾਡੇ ਜਿਹੜਾ ਸਮਾਜ ਵਾ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਲੜਕੇ ਵੀ ਨਰਸ ਦੇ ਕੋਰਸ ਕਰ ਰਹੇ ਆ ਤੇ ਨੌਕਰੀਆਂ ਵੀ ਕਰ ਰਹੇ ਆ। ਇਸ ਕਰਕੇ ਕੋਈ ਵੀ ਇਹਦੇ ਵਿੱਚ ਵੱਖਰਤਾ ਨਹੀਂ ਹੈਗੀ। ਅੱਗੇ ਵੇਖੋ, ਨੀਲਾ ਰੰਗ, ਜਿਸ ਤਰ੍ਹਾਂ ਤੁਸੀਂ ਗੁਲਾਬੀ ਰੰਗ ਦੀ ਗੱਲ ਕੀਤੀ ਆ, ਇਸੇ ਤਰ੍ਹਾਂ ਹੀ ਨੀਲਾ ਰੰਗ ਜਿਹੜਾ ਵਾ ਉਹ ਲੜਕਿਆਂ ਲਈ ਸਮਝਿਆ ਜਾਂਦਾ। ਪਰ ਕੀ ਲੜਕੀਆਂ ਨੀਲਾ ਰੰਗ ਨਹੀਂ ਪਾਉਂਦੀਆਂ? ਚਲੋ ਬਵਨੀਤ ਤੁਸੀਂ ਦੱਸੋ, ਕੀ ਨੀਲਾ ਰੰਗ ਸਿਰਫ ਲੜਕਿਆਂ ਵਾਸਤੇ ਹੀ ਆ? ਨਹੀਂ ਜੀ। ਹੁਣ ਵੇਖੋ, ਅਗਲਾ ਜਿਹੜਾ ਵਾ ਉਹ ਸ਼ਬਦ ਹੈ ਇੰਜੀਨੀਅਰ। ਇੰਜੀਨੀਅਰ ਦੀ ਡਿਗਰੀ ਜਿਹੜੀ ਆ ਉਹ ਸਾਡੇ ਸਮਾਜੀ ਧਾਰਨਾ ਇਹ ਆ ਕਿ ਇੰਜੀਨੀਅਰ ਸਿਰਫ ਮਰਦ ਹੁੰਦੇ ਆ ਜਾਂ ਲੜਕੇ ਹੁੰਦੇ ਆ। ਪਰ ਹੁਣ ਜੇਕਰ ਤੁਸੀਂ ਆਲੇ ਦੁਆਲੇ ਝਾਤੀ ਮਾਰੋਗੇ ਤਾਂ ਅਨੇਕਾਂ ਹੀ ਲੜਕੀਆਂ, ਬਲਕਿ ਲੜਕੀਆਂ ਲੜਕਿਆਂ ਨਾਲੋਂ ਵੀ ਜ਼ਿਆਦਾ ਇੰਜੀਨੀਅਰਿੰਗ ਕਰਕੇ ਵਧੀਆ ਨੌਕਰੀਆਂ ਕਰ ਰਹੀਆਂ। ਤੇ ਫਿਰ ਇਹ ਸਾਡੇ ਮਨ ਦੇ ਵਿੱਚ ਇਹ ਜਿਹੜੀ ਭਾਵਨਾ ਕਿਉਂ ਆ ਰਹੀ ਹੈ? ਉਸ ਦਾ ਵਿੱਚੋਂ ਖਾਣਾ ਬਣਾਉਣਾ, ਖਾਣਾ ਬਣਾਉਣ ਦਾ ਕੰਮ ਜਿਹੜਾ ਵਾ ਇਹ ਸਾਡੇ ਸਮਾਜ ਦੇ ਵਿੱਚ ਪੱਕੀ ਧਾਰਨਾ ਬਣੀ ਹੋਈ ਆ ਕਿ ਇਹ ਸਿਰਫ ਲੜਕੀਆਂ ਦਾ ਕੰਮ ਹੈ। ਭਾਵੇਂ ਉਹ ਨੌਕਰੀ ਕਰਦੀ ਆ ਤੇ ਭਾਵੇਂ ਨਹੀਂ ਨੌਕਰੀ ਕਰਦੀ, ਖਾਣਾ ਤਾਂ ਉਹਨੇ ਬਣਾਉਣਾ ਹੀ ਬਣਾਉਣਾ। ਹੁਣ ਬੱਚਿਓ, ਜਿਹੜੇ ਬੱਚੇ ਬਾਹਰ ਜਾਂਦੇ ਆ ਉਹ ਵੇਖੋ, ਉਹਨਾਂ ਨੂੰ ਕੋਈ ਇਹ ਵੱਖਰਤਾ ਨਹੀਂ ਹੈਗੀ ਕਿ ਖਾਣਾ ਸਿਰਫ ਲੜਕੀ ਨੇ ਬਣਾਉਣਾ। ਉਹ ਨੌਕਰੀ ਤੋਂ ਆਏਗੀ ਤੇ ਫਿਰ ਖਾਣਾ ਬਣਾ ਕੇ ਸਾਰਿਆਂ ਨੂੰ ਖਵਾਏਗੀ। ਇਹੋ ਜੀ ਕੋਈ ਗੱਲ ਨਹੀਂ। ਤੁਸੀਂ ਆਮ ਤੌਰ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਅਨੇਕਾਂ ਲੋਕ ਬਾਹਰ ਗਏ ਹੋਣਗੇ ਵੱਖਰੇ ਵੱਖਰੇ ਦੇਸ਼ਾਂ ਵਿੱਚ। ਉਹ ਇਸ ਤਰ੍ਹਾਂ ਕਿ ਜਿਹੜਾ ਡਿਊਟੀ ਤੇ ਚਲੇ ਗਿਆ, ਆਪਣੇ ਕੰਮ ਤੇ ਚਲੇ ਗਿਆ, ਦੂਜੇ ਨੇ ਆਣ ਕੇ ਖਾਣਾ ਤਿਆਰ ਕਰਨਾ, ਤੇ ਜੇਕਰ ਉਹਨੂੰ ਸਮਾਂ ਹੈਗਾ ਵਾ ਉਹਨੇ ਖਾਣਾ ਤਿਆਰ ਕਰ ਦਿੰਦਾ। ਇਸ ਦੇ ਵਿੱਚ ਕੋਈ ਵੱਖਰਤਾ ਨਹੀਂ। ਤਾਂ ਹੀ ਜਿਹੜਾ ਵਾ ਉਹ ਦੇਸ਼ ਜਿਹੜੇ ਆ ਸਾਡੇ ਨਾਲੋਂ ਤਰੱਕੀ ਕਰਕੇ ਬਹੁਤ ਅੱਗੇ ਜਾ ਚੁੱਕੇ, ਕਿਉਂਕਿ ਉਹਨਾਂ ਦੇ ਮਨ ਵਿੱਚ ਇਹੋ ਜਿਹਾ ਡਿਫਰੈਂਸ ਕੋਈ ਨਹੀਂ ਹੈਗਾ। ਤੇ ਜਦੋਂ ਤੱਕ ਸਾਡੇ ਸੋਚ ਜਿਹੜੀ ਆ ਇਹ ਨਹੀਂ ਨਾ ਬਦਲੇਗੀ, ਉਹਨਾਂ ਚਿਰ ਤੱਕ ਅਸੀਂ ਉਨੀ ਤਰੱਕੀ ਨਹੀਂ ਕਰ ਸਕਦੇ।
ਇਸ ਕਰਕੇ ਇੱਥੇ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਡਾਕਟਰ ਆਮ ਹੀ ਜਦੋਂ ਗੱਲ ਕਰਦੇ ਆ ਬੱਚੇ ਤੇ ਕਹਿ ਦਿੰਦੇ ਆ ਡਾਕਟਰੀ ਦਾ ਪੇਸ਼ਾ ਜਿਹੜਾ ਵਾ ਉਹ ਜ਼ਿਆਦਾ ਲੜਕੀਆਂ ਲਈ ਠੀਕ ਵਾ ਤੇ ਲੜਕਿਆਂ ਲਈ ਨਹੀਂ ਠੀਕ। ਪਰ ਇਹ ਜਿਹੜੀ ਸੋਚ ਵਾ ਅਸੀਂ ਮਨ ਵਿੱਚ ਨਹੀਂ ਰੱਖਣੀ। ਭਾਵੇਂ ਉਹ ਲੜਕੇ ਆ ਭਾਵੇਂ ਉਹ ਲੜਕੀਆਂ ਵਾ, ਡਾਕਟਰ ਦਾ ਪੇਸ਼ਾ ਸਿਰਫ ਉਹਦੇ ਪੜ੍ਹਨ ਦੇ ਲੈਵਲ ਤੇ ਡਿਪੈਂਡ ਕਰਦਾ ਤੇ ਬੱਚੇ ਦਾ ਇੰਟਰਸਟ ਕਿਹੜੇ ਪਾਸੇ ਆ। ਜੇ ਉਹਦਾ ਮੈਡੀਕਲ ਲਾਈਨ 'ਚ ਇੰਟਰਸਟ ਵਾ ਤੇ ਉਹ ਡਾਕਟਰੀ ਪੇਸ਼ਾ ਅਪਣਾਏਗਾ, ਭਾਵੇਂ ਉਹ ਲੜਕਾ ਵਾ ਭਾਵੇਂ ਉਹ ਲੜਕੀ ਆ। ਤੇ ਜੇਕਰ ਉਸਦਾ ਇੱਧਰ ਮੈਡੀਕਲ 'ਚ ਨਹੀਂ ਗਈ ਦਿਲਚਸਪੀ ਹੈਗੀ ਤੇ ਉਹ ਨਾਨ ਮੈਡੀਕਲ ਰੱਖ ਕੇ ਇੰਜੀਨੀਅਰਿੰਗ ਜਾਂ ਹੋਰ ਕਿਸੇ ਲਾਈਨ ਦੇ ਵਿੱਚ ਚਲਾ ਜਾਵੇਗਾ। ਮੇਨ ਮੁੱਦਾ ਇਹ ਹੋਣਾ ਚਾਹੀਦਾ। ਅੱਗੇ ਚਮਕੀਲੀ। ਚਮਕੀਲੀ ਦਾ ਮਤਲਬ ਇਹ ਆ ਕਿ ਚਮਕ ਵਾਲੀਆਂ ਚੀਜ਼ਾਂ। ਕੀ ਚਮਕ ਵਾਲੀਆਂ ਚੀਜ਼ਾਂ ਸਿਰਫ ਲੜਕੀਆਂ ਹੀ ਵਰਤੀਆਂ ਕਿ ਲੜਕੇ ਨਹੀਂ ਵਰਤੇ? ਇਹ ਤੁਸੀਂ ਆਪਣੇ ਮਨ ਵਿੱਚ ਸੋਚੋ ਤੇ ਦੱਸੋ ਕਿ ਕੀ ਇਹ ਕਥਨ ਜਿਹੜਾ ਵਾ ਉਹ ਸਹੀ ਹੈ? ਇਹ ਜਿਹੜਾ ਬੱਚਿਓ ਦੋਵਾਂ ਵਾਸਤੇ ਹੀ ਹੈ, ਲੜਕੀਆਂ ਵਾਸਤੇ ਵੀ ਕਿ ਲੜਕਿਆਂ ਵਾਸਤੇ ਵੀ। ਆਪਣੀ ਆਪਣੀ ਰੁਚੀ ਦੇ ਮੁਤਾਬਕ ਹਰ ਕੋਈ ਜਿਹੜਾ ਵਾ ਇਹ ਜੇ ਚੀਜ਼ਾਂ ਵਰਤ ਸਕਦਾ। ਵਕੀਲ। ਹੁਣ ਜਿਹੜਾ ਸਾਡਾ ਸਮਾਜ ਵਾ ਉਸ ਦੇ ਵਿੱਚ ਲੜਕੀਆਂ ਲੜਕਿਆਂ ਨਾਲੋਂ ਵੀ ਵੱਧ ਵਕੀਲ ਨੇ। ਇਹ ਜਿਹੜੀ ਧਾਰਨਾ ਜਿਹੜੀ ਗਲਤ ਆ ਕਿ ਸਿਰਫ ਲੜਕੇ ਹੀ ਵਕੀਲੀ ਦਾ ਪੇਸ਼ਾ ਕਰ ਸਕਦੇ ਆ, ਇਹ ਸਾਡੇ ਪੁਰਾਣੇ ਵਿਚਾਰ ਸਨ। ਇਹਨਾਂ ਨੂੰ ਛੱਡ ਕੇ ਆਪਣੀ ਸੋਚ ਨੂੰ ਸੁਧਾਰਨ ਦੀ ਲੋੜ ਵਾ। ਤਾਂ ਹੀ ਅਸੀਂ ਉਹਨਾਂ ਦੇਸ਼ਾਂ ਦੇ ਤਰੱਕੀ ਵਾਲੇ ਦੇਸ਼ਾਂ ਦੇ ਬਰਾਬਰ ਪਹੁੰਚ ਸਕਦੇ ਆ ਜਦੋਂ ਅਸੀਂ ਆਪਣੀ ਸੋਚ ਨੂੰ ਬਦਲ ਲਵਾਂਗੇ। ਬੱਚਿਓ ਤੁਹਾਨੂੰ ਹੁਣੇ ਆਪਾਂ ਸਮਝਾਇਆ ਕਿ ਲਿੰਗਿਕ ਸਮਾਨਤਾ ਹੁੰਦੀ ਕੀ ਹੈ। ਆਸ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ। ਜਦੋਂ ਇਹ ਲਿੰਗਿਕ ਸਮਾਨਤਾ ਨੂੰ ਅਸੀਂ ਇਹਦੇ ਬਦਲਾਵ ਲਿਆਉਂਦੇ ਆ ਤੇ ਉਸ ਦਾ ਅਸਰ ਔਰਤਾਂ ਤੇ, ਬੱਚੇ ਤੇ, ਆਦਮੀ ਤੇ ਸਮਾਜ ਤੇ ਕੀ ਹੁੰਦਾ ਇਹ ਵੀ ਜਾਣੀਏ। ਸਭ ਤੋਂ ਪਹਿਲਾਂ ਵੇਖੋ ਕਿ ਜੇ ਔਰਤ ਨੂੰ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾਵੇ ਫਿਰ ਕੀ ਹੁੰਦਾ? ਫਿਰ ਕੀ ਬਦਲਾਵ ਆਉਂਦਾ? ਔਰਤ ਦੇ ਵਿੱਚ ਵਧੇਰੇ ਉਹ ਸੁਰੱਖਿਅਤ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਜਦੋਂ ਉਹਨਾਂ ਨੂੰ ਜਾਇਦਾਦ ਦੇ ਵਿੱਚ ਬਰਾਬਰ ਦਾ ਹਿੱਸਾ ਮਿਲਦਾ। ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਜੇਕਰ ਬਾਪ ਦੀ ਜਾਇਦਾਦ ਆ, 3 ਭੈਣ ਭਾਈ ਆ ਤੇ ਉਹਨਾਂ ਤਿੰਨਾਂ ਨੂੰ ਬਰਾਬਰ ਦਾ ਹਿੱਸਾ ਦੇਣਾ ਸਰਕਾਰ ਨੇ ਨਿਯਤ ਕੀਤਾ, ਕਾਨੂੰਨ ਬਣਿਆ ਕਿ ਤਿੰਨਾਂ ਭੈਣ ਭਰਾਵਾਂ ਦਾ ਬਰਾਬਰ ਦਾ ਹਿੱਸਾ। ਜਦੋਂ ਲੜਕੀ ਨੂੰ ਵੀ ਬਰਾਬਰ ਦਾ ਹਿੱਸਾ ਮਿਲੇਗਾ ਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇਗੀ। ਉਸ ਤੋਂ ਪਿੱਛੋਂ ਔਰਤ ਤੋਂ ਪਿੱਛੋਂ ਆ ਜਾਂਦੇ ਬੱਚੇ। ਜਦੋਂ ਮਾਂ ਸੁਰੱਖਿਅਤ ਹੋਵੇਗੀ ਤੇ ਮੁੰਡੇ ਤੇ ਕੁੜੀ ਦਾ ਵੀ ਭਵਿੱਖ ਸੁਰੱਖਿਅਤ ਹੋਵੇਗਾ। ਉਹ ਆਪਣੀ ਮਾਂ ਕੋਲੋਂ ਵੀ ਲੋੜ ਪੈਣ ਤੇ ਕੁਝ ਵੀ ਲੈ ਸਕਦੇ ਆ ਜਾਂ ਮਾਂ ਉਹਨਾਂ ਦੀ ਮਦਦ ਕਰ ਸਕਦੀ ਲੋੜ ਪੈਣ ਤੇ। ਉਸ ਤੋਂ ਪਿੱਛੋਂ ਆ ਜਾਂਦਾ ਆਦਮੀ। ਜਦੋਂ ਔਰਤ ਜਿਹੜੀ ਆ ਬਰਾਬਰ ਦੀ ਹਿੱਸੇਦਾਰ ਹੋਵੇਗੀ, ਬੱਚੇ ਸੁਰੱਖਿਅਤ ਹੋਣਗੇ ਤੇ ਇਸ ਦੇ ਨਾਲ ਆਦਮੀ ਜਿਹੜਾ ਵਾ ਉਸ ਤੇ ਵੀ ਬੋਝ ਵਿੱਚ ਕੁਝ ਘਾਟਾ ਹੋ ਜਾਵੇਗਾ, ਉਸ ਦੇ ਉੱਤੇ ਬੋਝ ਉਹਨਾਂ ਨਹੀਂ ਰਹੇਗਾ। ਉਸ ਤੋਂ ਅੱਗੇ ਆ ਜਾਂਦਾ ਸਮਾਜ। ਸਮਾਜ ਜਿਹੜਾ ਵਾ ਜਾਇਦਾਦ ਸੰਬੰਧੀ ਤੁਸੀਂ ਆਮ ਦੇਖਦੇ ਜੇ ਕਿ ਕਿੰਨੇ ਝਗੜੇ ਹੁੰਦੇ ਜਾਇਦਾਦ ਸੰਬੰਧੀ। ਤੇ ਜੇਕਰ ਇਸ ਹਿਸਾਬ ਦੇ ਨਾਲ ਬਰਾਬਰ ਦੇ ਹੱਕ ਹੋਣਗੇ ਤੇ ਜਾਇਦਾਦ ਸੰਬੰਧੀ ਜਿਹੜੇ ਅਨੇਕਾਂ ਸਮਾਜ ਵਿੱਚ ਝਗੜੇ ਹੁੰਦੇ ਆ ਜਿਸ ਦੇ ਨਾਲ ਕਈ ਵਾਰ ਜਾਨਾਂ ਚਲੇ ਜਾਂਦੀਆਂ ਜਾਂ ਹੋਰ ਨੁਕਸਾਨ ਹੁੰਦੇ ਆ ਤੇ ਇਸ ਤਰ੍ਹਾਂ ਸਮਾਜ ਵਿੱਚੋਂ ਝਗੜੇ ਘਟ ਜਾਣਗੇ। ਬੱਚਿਓ ਹੁਣੇ ਤੁਹਾਨੂੰ ਇਹ ਜਿਹੜਾ ਚੱਕਰ ਆ ਸਮਾਨਤਾ ਦਾ ਚੱਕਰ, ਇਹ ਇਸ ਕਰਕੇ ਬਣਾ ਕੇ ਸਮਝਾਇਆ ਗਿਆ ਕਿ ਅਸੀਂ ਜੇਕਰ ਇਹ ਬਦਲਾਅ ਲੈ ਕੇ ਆਵਾਂਗੇ ਤੇ ਇਹਨਾਂ ਦਾ ਸਾਡੇ ਸਮੁੱਚੇ ਸਮਾਜ ਦੇ ਉੱਤੇ ਕੀ ਅਸਰ ਹੋਵੇਗਾ। ਉਸ ਦੇ ਵਿੱਚ ਹੀ ਔਰਤ ਆ, ਵਿੱਚ ਹੀ ਮਰਦ ਆ, ਵਿੱਚ ਹੀ ਬੱਚੇ ਆ। ਤੇ ਜੇਕਰ ਇਸੇ ਤਰ੍ਹਾਂ ਹੀ ਸੋਚ ਨੂੰ ਵੀ ਬਦਲਿਆ ਜਾਵੇ ਤਾਂ ਇਹ ਜਿਹੜੀ ਸੁਰੱਖਿਆ ਉਹ ਹਰ ਇੱਕ ਥਾਂ ਦੇ ਉੱਤੇ ਮਹਿਸੂਸ ਕਰਾਂਗੇ ਅਸੀਂ। ਤੇ ਜਦੋਂ ਇਹ ਸੁਰੱਖਿਆ ਕਾਇਮ ਹੋ ਜਾਵੇਗੀ ਫਿਰ ਉਹ ਸਮਾਜ ਜਿਹੜਾ ਉਹ ਬਹੁਤ ਹੀ ਸੁਖਾਲਾ ਤੇ ਵਧੀਆ ਸਮਾਜ ਬਣ ਜਾਵੇਗਾ ਜੋ ਝਗੜਿਆਂ ਰਹਿਤ ਹੋਵੇਗਾ, ਜਿਸ ਦੇ ਵਿੱਚ ਮੋਹ ਮਾਇਆ
ਜਾਂ ਜਾਇਦਾਦ ਨੂੰ ਲੈ ਕੇ ਝਗੜੇ ਜਿਹੜੇ ਹੁੰਦੇ ਆ ਉਹ ਖਤਮ ਹੋ ਜਾਣਗੇ। ਬੱਚਿਓ, ਮੈਂ ਤੁਹਾਨੂੰ ਸਮਾਨਤਾ ਦੇ ਚੱਕਰ ਦੇ ਵਿੱਚ ਸਾਰਾ ਸਮਝਾਇਆ ਕਿ ਜਦੋਂ ਬਦਲਾਅ ਆਉਂਦਾ ਉਸ ਦਾ ਔਰਤ ਤੇ, ਬੱਚੇ ਤੇ, ਆਦਮੀ ਤੇ ਸਮਾਜ ਤੇ ਕੀ ਪ੍ਰਭਾਵ ਪੈਂਦਾ। ਹੁਣ ਤੁਸੀਂ ਕੋਈ ਉਦਾਹਰਨ ਆਪਣੀ ਸੋਚ ਕੇ ਦੱਸੋ ਕਿ ਜੇ ਬਦਲਾਅ ਆਵੇਗਾ ਤਾਂ ਉਸ ਦਾ ਕੀ ਅਸਰ ਹੋਵੇਗਾ। ਹੈਂਡ ਰੇਜ਼ ਕਰੋ। ਹਾਂਜੀ ਬੇਟਾ। ਬਦਲਾਵ ਇਹ ਹੋ ਸਕਦਾ ਹੈ ਘਰ ਵਿੱਚ ਔਰਤ ਤੇ ਮਰਦ ਨੂੰ ਬਰਾਬਰ ਦਾ ਕੰਮ ਵੰਡਿਆ ਜਾਏ। ਬਿਲਕੁਲ ਠੀਕ। ਦੇਖੋ, ਜਿਸ ਤਰ੍ਹਾਂ ਬੱਚੇ ਨੇ ਦੱਸਿਆ, ਲਿੰਗਿਕ ਸਮਾਨਤਾ ਦੇ ਆਧਾਰ ਤੇ ਬਦਲਾਅ ਕੀ ਆ ਸਕਦਾ, ਘਰ ਦੇ ਕੰਮਾਂ ਦੀ ਬਰਾਬਰ ਵੰਡ। ਹੁਣ ਦੇਖੋ ਬੱਚਿਓ ਕਿ ਇਸ ਬਦਲਾਅ ਦਾ ਔਰਤਾਂ ਤੇ ਕੀ ਅਸਰ ਹੋਏਗਾ। ਅਮਰਤ, ਤੁਸੀਂ ਦੱਸੋ। ਇਸ ਨਾਲ ਔਰਤਾਂ ਦੇ ਉੱਤੇ ਜ਼ਿੰਮੇਵਾਰੀਆਂ ਘਟ ਜਾਣਗੀਆਂ। ਬਿਲਕੁਲ ਸਹੀ ਅਮਰਤ, ਔਰਤਾਂ ਦੀਆਂ ਜ਼ਿੰਮੇਵਾਰੀਆਂ ਘੱਟ ਹੋਣਗੀਆਂ। ਜ਼ਿੰਮੇਵਾਰੀਆਂ ਵਿੱਚ ਘਾਟਾ। ਜ਼ਿੰਮੇਵਾਰੀਆਂ ਘਟਣਗੀਆਂ। ਹੁਣ ਇਸ ਤੋਂ ਪਿੱਛੋਂ ਅਸੀਂ ਅਗਲੇ ਜਿਹੜਾ ਪੁਆਇੰਟ ਉਸ ਤੇ ਜਾਂਦੇ ਆ ਕਿ ਜਿਹੜਾ ਬੱਚਾ ਵਾ ਉੱਤੇ ਕੀ ਅਸਰ ਹੋਵੇਗਾ। ਇਹ ਕੌਣ ਦੱਸੇਗਾ? ਹਾਂਜੀ ਬੇਟਾ। ਬੱਚਿਆਂ ਉੱਤੇ ਵਧੀਆ ਅਸਰ ਹੋਵੇਗਾ। ਸ਼ਾਬਾਸ਼ ਬੱਚੇ। ਬੱਚਿਆਂ ਦੀ ਜਿਹੜੀ ਆ ਉਹ ਸਕਾਰਾਤਮਕ ਸੋਚ ਹੋਵੇਗੀ। ਇਸ ਦੇ ਨਾਲ ਸਕਾਰਾਤਮਕ ਸੋਚ ਹੋਵੇਗੀ। ਇਸ ਦੇ ਨਾਲ ਬੱਚਿਆਂ ਦਾ ਜਿਹੜਾ ਸੋਚਣ ਦਾ ਢੰਗ ਆ ਉਹ ਵੀ ਬਦਲ ਜਾਵੇਗਾ। ਹੁਣ ਇਸ ਤੋਂ ਅੱਗੇ ਬੱਚੇ ਤੋਂ ਅੱਗੇ ਕੀ ਆ ਜਾਂਦਾ, ਆਦਮੀ। ਜੇ ਜੋ ਵੀ ਬਦਲਾਅ ਹੋਇਆ ਉਸ ਦਾ ਆਦਮੀ ਤੇ ਬੱਚਿਓ ਕੀ ਅਸਰ ਹੋਵੇਗਾ, ਕੌਣ ਦੱਸੇਗਾ? ਹਾਂਜੀ ਪਰਮੀਤ। ਆਦਮੀ ਤੇ ਇਹ ਅਸਰ ਹੋਏਗਾ ਕਿ ਉਹ ਆਪਣੀ ਪਤਨੀ ਤੇ ਆਪਣੇ ਬੱਚੇ ਨਾਲ ਵੱਧ ਸਮਾਂ ਬਤੀਤ ਕਰ ਪਾਏਗਾ ਤੇ ਉਹਨਾਂ ਨੂੰ ਸਮਝ ਸਕੇਗਾ। ਗੁੱਡ, ਬਿਲਕੁਲ ਸਹੀ। ਜੇਕਰ ਘਰ ਦੀਆਂ ਜ਼ਿੰਮੇਵਾਰੀਆਂ ਵੰਡੀਆਂ ਜਾਣਗੀਆਂ ਤੇ ਆਦਮੀ ਜਿਹੜਾ ਵਾ ਉਹ ਆਪਣੀ ਪਤਨੀ ਨਾਲ, ਬੱਚਿਆਂ ਨਾਲ ਵੱਧ ਸਮਾਂ ਗੁਜ਼ਾਰੇਗਾ ਤੇ ਉਹਨਾਂ ਨੂੰ ਸਮਝਣ ਦਾ ਵੀ ਉਹਨੂੰ ਸਮਾਂ ਮਿਲ ਜਾਵੇਗਾ। ਪਰਿਵਾਰ ਨਾਲ ਸਮਾਂ ਬਿਤਾਵੇਗਾ। ਸਮਾਂ ਬਿਤਾ ਕੇ ਸਮਝ ਸਕੇਗਾ ਉਹਨਾਂ ਨੂੰ। ਸਮਝ ਸਕੇਗਾ। ਹੁਣ ਇਹ ਤੇ ਅਸੀਂ ਕਰ ਲਈ ਗੱਲ ਆਦਮੀ ਤੱਕ। ਇਸ ਤੋਂ ਅੱਗੇ ਆ ਜਾਂਦੀ ਸਮਾਜ ਦੀ। ਇਸ ਬਦਲਾਅ ਦਾ ਜਿਹੜਾ ਅਸੀਂ ਵਾਰੀ-ਵਾਰੀ ਅੱਗੇ ਚੱਲਦੇ ਗਏ ਆ, ਇਸ ਬਦਲਾਅ ਦਾ ਸਮਾਜ ਦੇ ਉੱਤੇ ਕੀ ਅਸਰ ਹੋਵੇਗਾ, ਕਿਹੜਾ ਬੱਚਾ ਦੱਸੇਗਾ? ਹਾਂਜੀ ਬੇਟਾ। ਇਸ ਨਾਲ ਸਮਾਜਿਕ ਸੋਚ ਸੁਧਰੇਗੀ। ਗੁੱਡ, ਸ਼ਾਬਾਸ਼, ਬਿਲਕੁਲ ਸਹੀ ਦੱਸਿਆ ਬੱਚੇ ਨੇ ਕਿ ਬਦਲਾਅ ਦੇ ਨਾਲ ਔਰਤਾਂ ਵਿੱਚ ਵੀ ਜਿਹੜੀਆਂ ਜ਼ਿੰਮੇਵਾਰੀਆਂ ਘਟਣਗੀਆਂ, ਸਕਾਰਾਤਮਕ ਸੋਚ ਹੋਵੇਗੀ, ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮਰਦ ਨੂੰ ਸਮਾਂ ਮਿਲੇਗਾ ਤੇ ਹੁਣ ਜਿਹੜਾ ਬੱਚੇ ਨੇ ਦੱਸਿਆ ਇਹ ਸਭ ਦੇ ਮਿਲਾਪ ਦੇ ਨਾਲ ਕੀ ਹੋਵੇਗਾ, ਸਮਾਜ ਵਿੱਚ ਸਮਾਜਿਕ ਸੋਚ ਸੁਧਰੇਗੀ। ਸਮਾਜਿਕ ਸੋਚ ਸੁਧਰੇਗੀ। ਸਮਾਜਿਕ ਸੋਚ ਦਾ ਸੁਧਾਰ। ਦੇਖੋ ਬੱਚਿਓ, ਇਹ ਲਿੰਗਿਕ ਸਮਾਨਤਾ ਜਿਹੜੀ ਸੀਗੀ ਅਸੀਂ ਤੁਹਾਡੇ ਕੋਲੋਂ ਵੀ ਜਿਹੜੀਆਂ ਵੱਖਰੀਆਂ ਉਦਾਹਰਨਾਂ ਲੈ ਕੇ ਇਸ ਨੂੰ ਸਮਝਾਇਆ ਤੇ ਇਸ ਉਦਾਹਰਨਾਂ ਦੇਣ ਤੋਂ ਲੱਗਾ ਕਿ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗ ਗਈ ਆ। ਜੇਕਰ ਤੁਹਾਨੂੰ ਸਮਝ ਲੱਗ ਗਈ ਆ
ਤੇ ਹਰ ਇੱਕ ਬੱਚੇ ਨੂੰ ਵੀ ਇਸ ਗੱਲ ਦੀ ਸਮਝ ਲੱਗੇਗੀ ਤੇ ਜੇਕਰ ਬੱਚਿਆਂ ਨੂੰ ਸਮਝ ਲੱਗ ਗਈ ਤੇ ਸਾਡਾ ਆਉਣ ਵਾਲਾ ਸਮਾਜ ਜਿਹੜਾ ਵਾ ਉਹਨਾਂ ਦੀ ਸੋਚ ਵਿੱਚ ਵੀ ਤਬਦੀਲੀ ਆਵੇਗੀ ਤੇ ਇਹ ਜਿਹੜਾ ਲਿੰਗਿਕ ਸਮਾਨਤਾ ਵਾ ਉਹ ਸਮਾਨਤਾ ਹੀ ਰਹੇਗੀ, ਵਿਭਿੰਨਤਾ ਨਹੀਂ ਹੋਵੇਗੀ। ਪਿਆਰੇ ਬੱਚਿਓ, ਅਸੀਂ ਤੁਹਾਨੂੰ ਲਿੰਗਿਕ ਸਮਾਨਤਾ, ਜੈਂਡਰ ਇਕੁਐਲਿਟੀ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ, ਇਸ ਗੱਲ ਨੂੰ ਸਮਝਾਉਣ ਦੇ ਵਾਸਤੇ ਵੱਖ-ਵੱਖ ਕਿਰਿਆਵਾਂ ਕਰਾਈਆਂ। ਉਹਨਾਂ ਕਿਰਿਆਵਾਂ ਦੇ ਰਾਹੀਂ ਤੁਹਾਨੂੰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਦਿਮਾਗ ਦੇ ਵਿੱਚੋਂ ਇਹ ਸੋਚ ਕੱਢ ਸਕਦੇ ਹਾਂ ਕਿ ਲੜਕੇ ਤੇ ਲੜਕੀ ਵਿੱਚ ਕੋਈ ਫਰਕ ਨਹੀਂ। ਹਰ ਇੱਕ ਫੀਲਡ ਦੇ ਵਿੱਚ ਲੜਕੇ ਕੰਮ ਕਰ ਸਕਦੇ ਆ ਤੇ ਉੱਥੇ ਲੜਕੀਆਂ ਵੀ ਕਰ ਸਕਦੀਆਂ। ਤੇ ਅਸੀਂ ਆਸ ਇਹੋ ਹੀ ਕਰਦੇ ਆ ਕਿ ਤੁਹਾਨੂੰ ਇਹ ਜਿਹੜੀ ਗੱਲ ਵਾ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਕਿ ਲੜਕੇ ਤੇ ਲੜਕੀ 'ਚ ਕੋਈ ਫਰਕ ਨਹੀਂ ਗੇ। ਤੇ ਜੇਕਰ ਅਸੀਂ ਆਪਣੀ ਸੋਚ ਨੂੰ, ਬੱਚੇ ਜਿਹੜੇ ਆਪਣੀ ਸੋਚ ਨੂੰ ਸੁਧਾਰ ਲੈਣਗੇ ਤੇ ਇੱਕ ਵਧੀਆ ਸਮਾਜ ਦੀ ਉਸਾਰੀ ਹੋਵੇਗੀ। ਜਦੋਂ ਵਧੀਆ ਸਮਾਜ ਬਣ ਜਾਏਗਾ ਫਿਰ ਉਸ ਦੇ ਵਿੱਚ ਵੱਖਰੀ ਜਿਹੜੀ ਆ ਦੰਗੇ ਹੁੰਦੇ ਆ ਜਾਂ ਕਰਪਸ਼ਨ ਹੁੰਦੀ ਆ ਜਾਂ ਗਲਤ ਕੰਮ ਹੁੰਦੇ ਆ ਉਹ ਨਹੀਂ ਹੋਣਗੇ। ਇਸ ਕਰਕੇ ਤੁਸੀਂ ਆਪਣੀ ਸੋਚ ਨੂੰ ਵੀ ਸੁਧਾਰਨਾ ਤੇ ਆਪਣੇ ਆਲੇ ਦੁਆਲੇ ਦੀ ਸੋਚ ਨੂੰ ਵੀ ਸੁਧਾਰਨਾ ਤੇ ਬਰਾਬਰਤਾ ਦਾ ਜਿਹੜਾ ਵਾ ਫਾਰਮੂਲਾ ਉਹ ਰੱਖਣਾ।